ਗੁੱਡ ਮਾਰਨਿੰਗ। ਸੋ ਅੱਜ ਆਪਾਂ ਬੁੱਕ ਚਿਲਡਰਨਸ ਪਾਸਟ ਲਾਈਵਸ ਇਹਦਾ ਨੈਕਸਟ ਚੈਪਟਰ ਕਰਦੇ ਹਾਂ, ਦਾ ਮੂਮੈਂਟ ਆਫ ਡੈਥ। ਸੋ ਇਹਦੇ ਵਿੱਚ ਅੱਗੇ ਚੱਲਦੇ ਹੋਏ ਕੈਰਲ ਆਪਣੀ ਰਿਸਰਚ ਜਾਰੀ ਰੱਖਦੀ ਹੈ। ਸੋ ਅਨਫਿਨਿਸ਼ਡ ਬਿਜ਼ਨਸ ਪ੍ਰੋਪੈਲਸ ਦ ਮੈਮਰੀਜ਼। ਸੋ ਕੋਈ ਵੀ ਗੱਲ ਜਿਹੜੀ ਦਾ ਜਵਾਬ ਮਿਲਣਾ ਕਿਸੇ ਲਾਈਫ ਵਿੱਚ ਰਹਿ ਗਿਆ, ਉਹਦੇ ਕਰਕੇ ਮੈਮਰੀਜ਼ ਆ ਜਾਂਦੀਆਂ ਨੇ ਕਈ ਵਾਰੀ। ਸੋ ਉਹਨੇ ਆਪਣੀ ਰਿਸਰਚ ਸ਼ੁਰੂ ਕੀਤੀ ਹੋਰ ਬੁੱਕਸ ਲੱਭਣ ਦੀ ਕੋਸ਼ਿਸ਼ ਕਰਕੇ ਕਿ ਮੈਂ ਬੁੱਕਸ ਪੜ੍ਹ ਕੇ ਦੇਖਦੀ ਹਾਂ ਕਿਸ ਤਰ੍ਹਾਂ ਪੈਟਰਨਸ ਬਣਦੇ ਨੇ। ਸੋ ਉਹਨੇ ਪਹਿਲਾਂ ਤਾਂ ਲਾਇਬ੍ਰੇਰੀਜ਼ 'ਚ ਦੁਬਾਰਾ ਗਈ ਜਿੱਥੇ ਉਹਦਾ ਹਸਬੈਂਡ ਲਾਸਟ ਈਅਰ ਸਟੀਵ ਪਹਿਲਾਂ ਹੀ ਜਾ ਕੇ ਰਿਸਰਚ ਕਰ ਚੁੱਕਿਆ ਸੀ। ਪੁਰਾਣੀਆਂ ਬੁੱਕਸ ਕੱਢੀਆਂ ਉਹਨੇ, ਦੇਖਿਆ, ਪਰ ਉੱਥੇ ਉਹਨੂੰ ਕੁਝ ਲੱਭਿਆ ਨਹੀਂ ਖਾਸ ਕਿਉਂਕਿ ਬੁੱਕਸ ਬਹੁਤ ਪੁਰਾਣੀਆਂ ਸੀ ਅਤੇ ਛਿੱਕਾਂ ਹੋਰ ਲੱਗ ਗਈਆਂ। ਸੋ ਉਹਨੂੰ ਕਿਉਂਕਿ ਕੋਈ ਉੱਥੇ ਕੰਮ ਦੀ ਬੁੱਕ ਲੱਭੀ ਨਹੀਂ, ਫਿਰ ਉਹਨੇ ਸੋਚਿਆ ਨਵੀਆਂ ਕਿਤਾਬਾਂ ਰਿਸਰਚ ਕਰਦੀ ਹਾਂ। ਤਾਂ ਨਵੀਆਂ ਬੁੱਕਸ ਦੇ ਵਿੱਚ ਫਿਰ ਉਹ ਬੁੱਕ ਸਟੋਰਸ 'ਤੇ ਕਿਉਂਕਿ ਨਵੀਆਂ ਕਿਤਾਬਾਂ ਮਿਲ ਜਾਂਦੀਆਂ ਨੇ, ਆਪਣੇ ਲੜਕੇ ਨੂੰ ਚੇਜ਼ ਨੂੰ ਲੈ ਕੇ ਉਹ ਇੱਕ ਬੁੱਕ ਸਟੋਰ ਜਿੱਥੇ ਕੈਫੇ ਨਾਲ ਸੀ ਉਹ ਗਈ ਅਤੇ ਉਹਨੂੰ ਬੱਚੇ ਨੂੰ ਸਮਝਾ ਬੁਝਾ ਕੇ ਚਿਲਡਰਨ ਸੈਕਸ਼ਨ 'ਚ ਬਿਠਾਇਆ ਥੋੜ੍ਹੀ ਦੇਰ ਕਿ ਤੂੰ ਇੱਥੇ ਬੈਠ ਅਤੇ ਮੈਂ ਆਪਣੀ ਬੁੱਕਸ ਸਰਚ ਕਰ ਲਵਾਂ। ਸੋ ਉੱਥੇ ਉਹਨੇ ਗਈ ਰੀਇਨਕਾਰਨੇਸ਼ਨ ਔਰ ਮਿਸਟਿਸਿਜ਼ਮ ਦੇ ਸੈਕਸ਼ਨ 'ਚ, ਐਸਟਰੋਲੋਜੀ, ਬੁੱਧਿਜ਼ਮ, ਕਈ ਸੈਕਸ਼ਨਸ ਦੇ ਵਿੱਚ ਜਾ ਕੇ ਅਤੇ ਉਹਨੂੰ ਕੁਛ ਕਿਤਾਬਾਂ ਲੱਭ ਗਈਆਂ ਬਾਏ ਡਾਕਟਰ ਐਡਿਥ ਫਿਓਰ ਸਟਫੈਨ, ਡਾਕਟਰ ਹੈਲਨ ਵਾਮਬਾਚ। ਸੋ ਉਹਨੇ 3 ਕਿਤਾਬਾਂ ਰਿਟਨ ਬਾਏ ਡਾਕਟਰ ਫਿਓਰ, ਵਾਮਬਾਚ ਐਂਡ ਰੇਮੰਡ ਮੂਡੀ, ਇਹ 3 ਆਥਰਸ ਦੀਆਂ ਬੁੱਕਸ ਸਿਲੈਕਟ ਕਰਕੇ ਉੱਥੋਂ ਚੈੱਕਆਊਟ ਕਰਕੇ ਵਾਪਸ ਆ ਗਈ। ਔਰ ਉਹਨੇ ਇੱਕ ਡਾਕਟਰ ਵਾਮਬਾਚ ਦੀ, ਹੈਲਨ ਵਾਮਬਾਚ ਦੀ ਪਹਿਲਾਂ ਬੁੱਕ ਪੜ੍ਹਨੀ ਸ਼ੁਰੂ ਕੀਤੀ। ਸੋ ਰੀਲਿਵਿੰਗ ਪਾਸਟ ਲਾਈਫਸ ਬੁੱਕ ਦਾ ਨਾਮ ਹੈ ਅਤੇ ਉਹਦੇ ਤੋਂ ਉਹ 4 ਪਾਸੇ ਉਹਨੂੰ ਪਤਾ ਚੱਲੇ ਇਹ ਬੁੱਕ ਪੜ੍ਹਨ ਤੋਂ ਬਾਅਦ ਕਿ 4 ਬੇਸਿਸ 'ਤੇ ਹੁੰਦੀ ਹੈ ਰਿਸਰਚ। ਸੋ ਉਹ ਵਾਰੀ ਵਾਰੀ ਗੱਲ ਕਰੇਗੀ 4 ਚੀਜ਼ਾਂ ਦੀ। ਸੋ ਡਾਕਟਰ ਹੈਲਨ ਵਾਮਬਾਚ ਇੱਕ ਕਨਵੈਨਸ਼ਨਲ ਸਾਈਕੋਲੋਜਿਸਟ ਸੀ ਔਰ ਸਾਇੰਟਿਸਟ ਸੀ। ਸੋ ਇਨੀਸ਼ੀਅਲੀ ਤਾਂ ਉਹ ਰੀਇਨਕਾਰਨੇਸ਼ਨ ਔਰ ਇਸ ਤਰ੍ਹਾਂ ਦੀ ਚੀਜ਼ਾਂ 'ਚ ਨਹੀਂ ਸੀ ਬਿਲੀਵ ਕਰਦੀ, ਪਰ ਇੱਕ ਵਾਰੀ ਉਹਦਾ ਪਰਸਨਲ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੋਇਆ ਕਿ ਉਹਨੂੰ ਕਿਤੇ ਗਈ ਸੀ ਉਹ ਆਪਣੇ ਹਿਸਟੋਰਿਕ ਕੁਇਕਰ ਮਿਊਜ਼ੀਅਮ ਦੇ ਵਿੱਚ ਨਿਊ ਜਰਸੀ ਦੇ ਵਿੱਚ ਵਿਜ਼ਿਟ ਕਰਨ ਗਈ ਸੀ ਅਤੇ ਜਿਉਂ ਹੀ ਉਹ ਪੁਰਾਣੀ ਉਸ ਇਮਾਰਤ ਦੀਆਂ ਪੌੜੀਆਂ ਚੜ੍ਹ ਰਹੀ ਸੀ ਅਤੇ ਉਹਨੂੰ ਬੜੀ ਸਟਰੋਂਗ ਇੰਟੈਂਸ ਫੀਲਿੰਗ ਆਫ ਡੇਜਾਵੂ ਹੁੰਦਾ ਕਿ ਜਦੋਂ ਆਪਾਂ ਕੋਈ ਲਾਈਫ ਦੇ ਵਿੱਚ ਐਕਸਪੀਰੀਅੰਸ ਪਹਿਲੀ ਵਾਰੀ ਕਰਦੇ ਹਾਂ ਅਤੇ ਆਪਾਂ ਨੂੰ ਇੱਕਦਮ ਲੱਗਦਾ ਹੈ ਕਿ ਇਹ ਪਹਿਲਾਂ ਵੀ ਹੋ ਚੁੱਕਾ ਮੇਰੇ ਨਾਲ, ਇਸੇ ਲੋਕਾਂ ਦੇ ਨਾਲ, ਇਸੇ ਜਗ੍ਹਾ 'ਤੇ, ਇਸੇ ਹੀ ਸਿਚੁਏਸ਼ਨ 'ਚ ਮੈਂ ਪਹਿਲਾਂ ਵੀ ਸੀ ਕਿਸੇ ਵੇਲੇ। ਹੋਇਆ ਨਹੀਂ ਹੁੰਦਾ ਇਸ ਲਾਈਫ ਦੇ ਵਿੱਚ, ਆਪਾਂ ਨੂੰ ਪਤਾ ਹੁੰਦਾ ਹੈ ਕਿ ਆਪਾਂ ਤਾਂ ਇਸ ਜਗ੍ਹਾ 'ਤੇ ਕਦੇ ਵੀ ਨਹੀਂ ਗਏ ਜਾਂ ਇਸ ਪਰਸਨੈਲਿਟੀ ਨੂੰ ਕਦੇ ਮਿਲੇ ਨਹੀਂ, ਪਰ ਆਪਾਂ ਨੂੰ ਇਸ ਤਰ੍ਹਾਂ ਇੱਕਦਮ ਫੀਲ ਹੁੰਦਾ ਹੈ। ਸੋ ਉਹਨੂੰ ਡੇਜਾਵੂ ਦੀ ਫੀਲਿੰਗ ਹੋਈ ਔਰ ਉਹਨੂੰ ਆਪਣੀ ਕੋਈ ਪਿਛਲੀ ਮੈਮਰੀ ਯਾਦ ਆਈ ਕਿ ਇਸੇ ਤਰ੍ਹਾਂ ਸੇਮ ਸਿਚੁਏਸ਼ਨ 'ਚ ਸੀ, ਪਰ ਟਾਈਮ ਅਤੇ ਪਲੇਸ ਹੋਰ ਕਿਸੇ ਟਾਈਮ ਦੇ ਵਿੱਚ, ਹੋਰ ਕਿਸੇ ਲਾਈਫ ਦੇ ਵਿੱਚ। I entered a small library room and went automatically to the shelf of books, reached for a particular book. So ਉਹਦੇ ਆਧਾਰ 'ਤੇ, ਪੁਰਾਣੀ ਯਾਦਾਸ਼ਤ ਦੇ ਆਧਾਰ 'ਤੇ ਉਹ ਇੱਕ ਛੋਟੇ ਜਿਹੇ ਲਾਇਬ੍ਰੇਰੀ ਰੂਮ 'ਚ ਗਈ ਉਸ ਮਿਊਜ਼ੀਅਮ ਦੇ ਵਿੱਚ ਅਤੇ ਆਟੋਮੈਟਿਕਲੀ ਉਹ ਬੁੱਕ ਸ਼ੈਲਫਸ 'ਤੇ ਚਲੀ ਗਈ ਅਤੇ ਇੱਕ ਉਹਨੂੰ ਜਿਹੜੀ ਪਤਾ ਸੀ ਕਿਹੜੀ ਕਿਤਾਬ ਉੱਥੇ ਪਈ ਹੋਏਗੀ, ਉਹ ਕਿਤਾਬ ਉਹ ਕਈ ਸ਼ੈਲਫਾਂ ਦੇ ਵਿੱਚੋਂ ਸਟਰੇਟ ਉੱਥੇ ਜਾ ਕੇ ਉਹ ਕਿਤਾਬ ਉਹਨੇ ਕੱਢ ਲਈ ਅਤੇ ਉਹ ਪੇਜਿਸ ਉਹਨੇ ਦੇਖੇ ਖੋਲ੍ਹ ਕੇ। ਉਹਨੂੰ ਪਹਿਲਾਂ ਤੋਂ ਜਾਣਕਾਰੀ ਸੀ ਕਿ ਕਿਹੜੀ ਕਿਤਾਬ ਕਿੱਥੋਂ ਮਿਲੇਗੀ, ਜਦੋਂ ਕਿ ਉਹ ਕਦੇ ਇਸ ਮਿਊਜ਼ੀਅਮ 'ਚ ਨਹੀਂ ਆਈ ਸੀ। ਅਤੇ ਜਦੋਂ ਹੀ ਉਹਨੇ ਕਿਤਾਬ ਦੇ ਵਰਕੇ ਫੋਲ੍ਹਣੇ ਸ਼ੁਰੂ ਕੀਤੇ ਤਾਂ ਉਹਨੂੰ ਇੱਕ ਹੋਰ ਸੀਨ ਅੱਖਾਂ ਦੇ ਸਾਹਮਣੇ ਘੁੰਮ ਗਿਆ। ਸੋ ਉਹਨੂੰ ਯਾਦ ਆਇਆ ਕਿ ਉਹ ਇੱਕ ਖੱਚਰ ਦੇ ਉੱਤੇ ਚੜ੍ਹ ਕੇ ਜਾ ਰਹੀ ਹੈ ਕਿਤੇ, ਅਤੇ ਅੱਗੇ ਉਹਨੇ ਸਟੱਬਡ ਫੀਲਡ ਵਿਦ ਦ ਬੁੱਕ ਪ੍ਰੋਪਡ ਅਪ ਔਨ ਦ ਸੈਡਲ ਇਨ ਫਰੰਟ ਆਫ ਮੀ, ਔਰ ਸਾਹਮਣੇ ਖੱਚਰ ਦੇ ਉੱਤੇ ਉਹਦੇ ਅੱਗੇ ਉਹਨੇ ਉਹ ਵਾਲੀ ਕਿਤਾਬ ਰੱਖੀ ਹੋਈ ਹੈ ਔਰ ਉਹ ਪੜ੍ਹਦੀ ਜਾ ਰਹੀ ਹੈ ਉਸ ਟਾਈਮ ਦੇ ਵਿੱਚ, ਉਸ ਪਲੇਸ 'ਤੇ, ਜਦੋਂ ਜੋ ਵੀ ਉਹਨੂੰ ਯਾਦ ਆਇਆ। ਅਤੇ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਕਿਤਾਬ ਦੇ ਵਿੱਚ ਕੀ ਲਿਖਿਆ ਹੋਇਆ, ਉਹ ਵੀ ਉਹਨੂੰ ਯਾਦ ਆ ਗਿਆ ਜਦੋਂ ਕਿ ਉਹਨੇ ਹੁਣੇ ਖੋਲ੍ਹੀ ਸੀ ਕਿਤਾਬ। ਸੋ ਉਹ ਬੜੀ ਇਸ ਗੱਲ ਤੋਂ ਹਿੱਲ ਗਈ, ਇਸ ਐਕਸਪੀਰੀਅੰਸ ਤੋਂ ਅੰਦਰ ਤੱਕ ਹੈਰਾਨ ਹੋ ਗਈ, ਹਿੱਲ ਗਈ ਉਹ ਚੰਗੀ ਤਰ੍ਹਾਂ। ਤਾਂ ਹੋਰ ਕੋਈ ਲਾਈਫ ਸੀ, ਹੋਰ ਕੋਈ ਟਾਈਮ ਸੀ ਜਦੋਂ ਉਹਨੂੰ ਇਹ ਯਾਦ ਆਇਆ ਸੀ ਸਾਰਾ। ਬਿਲਕੁਲ ਨਵੀਂ ਸੀ ਇਹ ਫੀਲਿੰਗ ਉਹਦੇ ਵਾਸਤੇ।
ਸੋ ਇਟ ਵਾਸ ਟੂ ਰੀਅਲ ਟੂ ਡਿਸਮਿਸ। ਉਹ ਇੰਨਾ ਅਸਲੀ ਲੱਗਿਆ ਉਹਨੂੰ ਕਿ ਉਹਨੂੰ ਡਿਸਮਿਸ ਨਹੀਂ ਕਰ ਸਕਦੀ ਸੀ ਉਹਨੂੰ, ਕਿ ਇਹ ਐਵੇਂ ਐਵੇਂ ਨਹੀਂ ਲੱਗਿਆ, ਉਹਨੂੰ ਪਤਾ ਸੀ ਕਿ ਅਸਲੀ ਹੈ। ਸੋ ਇਸ ਦੇ ਆਧਾਰ 'ਤੇ ਉਹਨੇ ਅੱਗੇ ਫਿਰ ਆਪਣੇ ਜਿਹੜੇ ਉਹਦੇ ਪੇਸ਼ੈਂਟ ਹੁੰਦੇ ਸੀ ਹੈ ਨਾ, ਜਿਹੜੇ ਉਹਦੇ ਕੋਲ ਸਾਈਕੋਲੋਜੀ ਟਰੀਟਮੈਂਟ ਲਈ ਆਉਂਦੇ ਸੀ, ਉਹਨਾਂ ਨੂੰ ਉਹਨਾਂ ਦੇ ਵਿੱਚੋਂ ਵਲੰਟੀਅਰ ਲੱਭ ਕੇ ਜਿਹੜੇ ਆਪ ਰਿਗਰੈਸ਼ਨ 'ਤੇ ਜਾਣਾ ਚਾਹੁੰਦੇ ਸੀ, ਪਾਸਟ ਲਾਈਫ ਰਿਗਰੈਸ਼ਨਸ ਸ਼ੁਰੂ ਕੀਤੀਆਂ ਅਤੇ ਬੜੀਆਂ ਡੀਟੇਲਡ ਮੈਮਰੀਜ਼ ਉੱਭਰ ਕੇ ਸਾਹਮਣੇ ਆਈਆਂ ਔਰ ਬੜੀਆਂ ਠੀਕ ਮੈਮਰੀ ਸੀ। ਉਹ ਜਿਹੜੇ ਕੱਪੜੇ ਜਾਂ ਜਿਹੜੀ ਜਗ੍ਹਾ ਜਾਂ ਜੋ ਵੀ ਯਾਦ ਕਰਦੇ ਸੀ ਪਿਛਲੇ ਜਨਮ ਦੀ, ਉਹ ਹਿਸਟੋਰੀਕਲੀ ਸਹੀ ਪ੍ਰੂਵ ਹੁੰਦੀ ਸੀ ਕਿ ਉਸ ਟਾਈਮ 'ਚ ਇਹੋ ਜਿਹੇ ਕੱਪੜੇ ਪਾਉਂਦੇ ਸੀ, ਇਹੋ ਜਿਹੀਆਂ ਹੀ ਬਿਲਡਿੰਗਸ ਹੁੰਦੀਆਂ ਸੀ, ਉਹ ਸਾਰੀਆਂ ਕੋਰਸਪੌਂਡ ਕਰ ਜਾਂਦੀਆਂ ਸੀ। ਸੋ ਇਸ ਗੱਲ ਤੋਂ ਉਹਨੂੰ ਇਹ ਵੀ ਸਮਝ ਆ ਗਿਆ ਕਿ ਉਹਦੇ ਜਿਹੜੇ ਸਬਜੈਕਟਸ ਨੇ, ਜਿਹੜੇ ਪੇਸ਼ੈਂਟ ਨੇ, ਉਹਨਾਂ ਨੇ ਇਹ ਮਨ ਘੜੰਤ ਨਹੀਂ ਬਣਾਈਆਂ ਇਹ ਕਹਾਣੀਆਂ, ਇਹ ਵਾਕਈ ਉਹਨਾਂ ਨਾਲ ਇਸ ਤਰ੍ਹਾਂ ਹੀ ਹੋਏਗਾ ਪਿਛਲੇ ਕਿਸੇ ਟਾਈਮ ਦੇ ਵਿੱਚ। ਸੋ ਇਸ ਤੋਂ ਉਹਨੇ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ, ਪੈਟਰਨ ਇਕੱਠੇ ਕਰਨੇ ਸ਼ੁਰੂ ਕੀਤੇ। ਸੋ ਹੌਲੀ ਹੌਲੀ ਕਰਦੇ ਕਰਦੇ ਉਹਨੇ ਬੜੇ ਕੇਸਿਸ ਕਰ ਲਏ ਔਰ ਉਹਦੀ ਡਾਕੂਮੈਂਟੇਸ਼ਨ ਕਰਨੀ ਸ਼ੁਰੂ ਕੀਤੀ। ਸੋ ਇਸ ਤੋਂ ਬਾਅਦ ਉਹਨੇ ਇਹ ਦੇਖਿਆ ਕਿ ਜਿਸ ਤਰ੍ਹਾਂ ਇੱਕ ਆਦਮੀ ਨੂੰ, ਔਰਤ ਨੂੰ ਰਿਗਰੈਸ ਕਰ ਸਕਦੀ ਹੈ, ਉਸੇ ਤਰ੍ਹਾਂ ਉਹ ਗਰੁੱਪਸ ਨੂੰ ਵੀ ਕਰ ਸਕਦੀ ਹੈ। ਸੋ ਫਿਰ ਉਹਨੇ ਗਰੁੱਪ ਰਿਗਰੈਸ਼ਨਸ ਸ਼ੁਰੂ ਕੀਤੀਆਂ, 10-10 12-12 ਦੇ ਗਰੁੱਪ 'ਚ ਰਿਗਰੈਸ ਕਰਦੀ, ਜਿਹਦੇ ਵਿੱਚ ਕੋਈ ਬੋਲਦਾ ਨਹੀਂ ਸੀ ਆਪਣੇ, ਪਰ ਉਹਨੇ ਦੇਖਿਆ ਕਿ ਉਹ ਮੈਮਰੀਜ਼ ਉਸੇ ਤਰ੍ਹਾਂ ਬਾਅਦ 'ਚੋਂ ਯਾਦ ਰਹਿੰਦੀਆਂ ਨੇ ਰਿਗਰੈਸ਼ਨ ਤੋਂ ਬਾਅਦ, ਔਰ ਰਿਗਰੈਸ਼ਨ ਦੇ ਦੌਰਾਨ ਔਰ ਰਿਗਰੈਸ਼ਨ ਤੋਂ ਬਾਅਦ ਉਦੋਂ ਤੱਕ ਕੋਈ ਬੋਲਦਾ ਨਹੀਂ ਸੀ, ਗੱਲਬਾਤ ਨਹੀਂ ਸੀ ਕਰਦਾ, ਜਦੋਂ ਤੱਕ ਇਹ ਇੱਕ ਪਹਿਲਾਂ ਤੋਂ ਹੀ ਲਿਖਿਆ ਹੋਇਆ ਦਿੱਤਾ ਕੁਐਸਚਨੇਅਰ ਉਹ ਆਨਸਰ ਨਹੀਂ ਸੀ ਕਰ ਦਿੰਦੇ। ਔਰ ਉਹਦੇ ਆਧਾਰ 'ਤੇ ਉਹਨੇ ਪੈਟਰਨ ਬਣਾਉਣੇ ਸ਼ੁਰੂ ਕੀਤੇ ਡਾਕਟਰ ਫੇਅਰ ਨੇ। ਸੋ 70% ਲੋਕਾਂ ਨੂੰ ਇਸ ਤਰ੍ਹਾਂ ਗਰੁੱਪ ਰਿਗਰੈਸ਼ਨ ਦੇ ਵਿੱਚ ਮੈਮਰੀਜ਼ ਯਾਦ ਆ ਗਈਆਂ ਔਰ ਉਹਨੇ ਹਜ਼ਾਰਾਂ ਕੇਸਿਸ ਦਾ ਡਾਟਾ ਇਕੱਠਾ ਕੀਤਾ ਔਰ ਉਹਦੇ ਤੋਂ ਉਹਨੇ ਡਾਟਾ ਤੋਂ ਜੋਗ੍ਰਾਫਿਕ ਲੋਕੇਸ਼ਨ, ਕਲਚਰ, ਕਲਾਈਮੇਟ, ਰੇਸ, ਸੋਸ਼ਲ ਸਟੇਟਸ ਔਰ ਸਾਰੀਆਂ ਚੀਜ਼ਾਂ ਦੇ ਆਧਾਰ 'ਤੇ ਉਹਨੇ ਡਾਟਾ ਇਕੱਠਾ ਕੀਤਾ ਔਰ ਉਹਦੇ ਆਧਾਰ 'ਤੇ ਉਹਨੇ ਫਿਰ ਪੈਟਰਨਸ ਦੇਖੇ ਕਿ ਕੀ ਪੈਟਰਨਸ ਇਮਰਜ ਹੋ ਕੇ ਆਏ ਨੇ, ਕਿ ਕਿੰਨੇ ਪਰਸੈਂਟ ਮੇਲ ਫੀਮੇਲ, ਕਿੰਨੇ ਪਰਸੈਂਟ ਰਿਚ ਐਂਡ ਪੂਅਰ, ਐਂਡ ਕਿਹੜੀ ਰੇਸ ਐਂਡ ਜੈਗਰਾਫੀ 'ਚ ਗਏ ਨੇ, ਕਿ ਉਹ ਫੂਡ ਜਿਹੜਾ ਉਹ ਡਿਸਕਰਾਈਬ ਕਰਦੇ ਨੇ ਔਰ ਜਿਹੜੇ ਕੱਪੜੇ ਡਿਸਕਰਾਈਬ ਕਰਦੇ ਨੇ ਉਹ ਉਸ ਟਾਈਮ ਪੀਰੀਅਡ ਦੇ ਨਾਲ ਕੋਰਸਪੌਂਡ ਕਰਦੇ ਨੇ। ਇਹ ਸਾਰੀਆਂ ਡਿਟੇਲਸ ਉਹਨੇ ਸਾਹਮਣੇ ਵਰਕਆਊਟ ਕੀਤੀਆਂ। ਸੋ ਇਹ ਬੁੱਕ ਉਹਨੇ ਪੜ੍ਹੀ। ਸੋ ਇਹ ਇੱਥੇ ਆਪਾਂ ਅੱਜ ਖ਼ਤਮ ਕਰਦੇ ਹਾਂ ਇਹ ਵੀਡੀਓ, ਔਰ ਲਾਈਕ, ਸਬਸਕ੍ਰਾਈਬ, ਸ਼ੇਅਰ ਕਰ ਦਿਓ ਔਰ ਕਮੈਂਟ ਸੈਕਸ਼ਨ ਦੇ ਵਿੱਚ ਸੁਝਾਅ ਲਿਖਿਓ। ਥੈਂਕ ਯੂ ਵੈਰੀ ਮਚ, ਬਾਏ ਬਾਏ।